ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਸੋ ਜਿਵੇਂ ਕਿ ਪੀਪੀਐਸਸੀ ਨੇ ਵੀ ਤੁਹਾਨੂੰ ਦੱਸ ਹੀ ਦਿੱਤਾ, ਬਹੁਤ ਸਾਰੀਆਂ ਮਿਥ ਸੀਗੀਆਂ ਕਿ ਪੀਪੀਐਸਸੀ ਸ਼ਾਇਦ ਇੰਟਰਵਿਊਜ਼ ਨੂੰ ਡਿਲੇ ਕਰ ਰਹੀ ਹੈ ਜਾਂ ਕੁਝ ਵੀ ਹੈ। ਸੋ ਪੀਪੀਐਸਸੀ ਲਗਾਤਾਰ ਆਪਣੇ ਅੰਦਰ ਖਾਤੇ ਕੰਮਾਂ 'ਚ ਬਿਜ਼ੀ ਆ, ਚੱਲ ਰਹੀ ਆ। ਉਸੇ ਤਹਿਤ ਉਹਨਾਂ ਨੇ ਇੱਕ ਵੈਟਰਨਰੀ ਆਫਿਸਰਸ ਦੀਆਂ ਇੰਟਰਵਿਊ ਦੀ ਤਰੀਕ ਵੀ ਰਿਲੀਜ਼ ਕਰਤੀ ਆ। ਸੋ ਅਸੀਂ ਇੱਕ ਪ੍ਰੋਗਰਾਮ ਜਿਹਨੂੰ ਕਿ ਅਸੀਂ ਪਹਿਲਾਂ ਵੈਟਰਨਰੀ ਆਫਿਸਰਸ ਵਾਸਤੇ ਲੈ ਕੇ ਆ ਰਹੇ ਹਾਂ, ਤੇ ਇਸ ਤੋਂ ਬਾਅਦ ਇਹੀ ਪ੍ਰੋਗਰਾਮ ਫੰਕਸ਼ਨਲ ਮੈਨੇਜਰਸ, ਪ੍ਰਿੰਸੀਪਲਸ ਤੇ ਜਿਹੜੇ ਕਿ ਸਕੂਲ ਡਿਪਾਰਟਮੈਂਟ ਆਫ ਸਕੂਲ ਤੇ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਸਾਰਿਆਂ ਵਾਸਤੇ ਇੱਕ ਇੰਟੀਗ੍ਰੇਟਡ ਇੰਟਰਵਿਊ ਗਾਈਡੈਂਸ ਪ੍ਰੋਗਰਾਮ ਆ, ਜਿਹੜਾ ਕਿ ਸਪੈਸ਼ਲੀ ਪਹਿਲੇ ਦਿਨਾਂ ਲਈ ਸਿਰਫ ਵੈਟਰਨਰੀ ਆਫਿਸਰਸ ਵਾਸਤੇ ਚੱਲੂਗਾ, ਉਹਨਾਂ ਦੀਆਂ ਇੰਟਰਵਿਊਜ਼ ਵਾਸਤੇ ਹੋਊਗਾ। ਸੋ ਬਹੁਤ ਸਾਰੇ ਵੈਟਰਨਰੀ ਆਫਿਸਰਸ ਦੀਆਂ ਕੁਐਰੀਜ਼ ਵੀ ਸੀ, ਤੇ ਸਪੈਸ਼ਲੀ ਜ਼ਿਆਦਾਤਰ ਐਫਐਮ ਵਗੈਰਾ ਜਾਂ ਦੂਸਰੇ ਡਿਪਾਰਟਮੈਂਟਸ ਦੇ ਜਿਹੜੇ ਐਸਪੀਰੈਂਟਸ ਜਿਹੜੇ ਪੇਪਰ ਕਲੀਅਰ ਕਰਕੇ ਇੰਟਰਵਿਊ ਦੀ ਤਿਆਰੀ ਕਰ ਰਹੇ ਸੀ, ਬੜੀ ਦੋ ਚਿੱਤੀ 'ਚ ਸੀ ਕਿ ਅਸੀਂ ਕਿਸ ਤਰੀਕੇ ਨਾਲ ਇਸ ਪ੍ਰੋਗਰਾਮ ਦੀ ਤਿਆਰੀ ਕਰੀਏ, ਕੀ ਪੁੱਛਿਆ ਜਾਊਗਾ ਸਾਡੇ ਕੋਲ। ਸੋ ਮੈਂ ਇੱਕ ਕਹਿ ਲਓ ਕਿ ਕੰਪਰੀਹੈਂਸਿਵ ਜਿਹੇ ਤਰੀਕੇ ਨਾਲ ਦੱਸ ਰਹੇ ਹਾਂ ਕਿ ਅਸੀਂ ਕਿਸ ਤਰੀਕੇ ਨਾਲ ਤੁਹਾਨੂੰ ਆਪਣੇ ਇਸ ਗਾਈਡੈਂਸ ਪ੍ਰੋਗਰਾਮ 'ਚ ਅਸੀਂ ਕਿਵੇਂ ਗਾਈਡ ਕਰਾਂਗੇ, ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ। ਦੇਖੋ, ਮੋਟੇ ਤੌਰ ਤੇ ਪਹਿਲੀ ਗੱਲ, ਇਹ ਜਿਹੜਾ ਸਾਡਾ ਪ੍ਰੋਗਰਾਮ ਦਾ ਪਹਿਲਾ ਫੇਜ਼ ਆ, ਇਹ ਸਿਰਫ ਵੈਟਰਨਰੀ ਆਫਿਸਰਸ ਵਾਸਤੇ ਆ, ਜਿਨ੍ਹਾਂ ਦੀਆਂ ਕਿ ਰਿਵਾਈਜ਼ਡ ਹੋ ਕੇ 418 ਪੋਸਟਾਂ ਸੀ, ਜਿਹਦੇ ਵਾਸਤੇ 700-800 ਦੇ ਕਰੀਬ ਉਹਨਾਂ ਨੇ ਬੱਚਿਆਂ ਨੂੰ ਮਤਲਬ ਕਿ ਇੰਟਰਵਿਊ ਵਾਸਤੇ ਕਾਲ ਕੀਤੀ ਹੈ। ਸੋ ਇਹਦੇ 'ਚ ਸਾਡੇ ਵੱਲੋਂ ਕੀ ਹੋਊਗਾ, ਅਸੀਂ ਦੇਖੋ ਸਭ ਤੋਂ ਪਹਿਲਾਂ ਓਰੀਐਂਟੇਸ਼ਨ ਹੋਊਗੀ, ਜਿਹਦੇ 'ਚ ਅਸੀਂ ਕੁਝ ਕੁ ਲੈਕਚਰਸ ਪ੍ਰੋਵਾਈਡ ਕਰਾਂਗੇ, ਜਿਹੜੇ ਕਿ ਕੱਲ ਤੋਂ ਹੀ ਸਾਡੇ ਲੈਕਚਰਸ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਣਗੇ। ਉਸ ਤੋਂ ਬਾਅਦ ਤੁਹਾਡੀਆਂ ਪਰਸਨਲ ਇੰਟਰਵਿਊਜ਼, ਜਿਹਨੂੰ ਆਪਾਂ ਫੇਸ ਟੂ ਫੇਸ ਇੰਟਰੈਕਸ਼ਨ ਕਹਿ ਦਿੰਦੇ ਹਾਂ, ਕਿ ਇੱਕ ਐਕਸਪਰਟਸ ਦੇ ਨਾਲ ਫੇਸ ਟੂ ਫੇਸ ਇੰਟਰੈਕਸ਼ਨ ਹੋਊਗੀ, ਜਿਹੜਾ ਤੁਹਾਡੇ ਪਲੱਸ ਮਾਈਨਸ ਨਾਲ ਦੀ ਨਾਲ ਡਿਸਕਸ ਕਰਕੇ ਤੁਹਾਨੂੰ ਦੱਸੂਗਾ ਕਿ ਆਹ ਗਲਤੀ ਇੰਟਰਵਿਊ 'ਚ ਜਾ ਕੇ ਕਦੀ ਨਾ ਕਰਿਓ। ਉਸ ਤੋਂ ਬਾਅਦ ਪੈਨਲ ਇੰਟਰਵਿਊਜ਼, ਜਿਹਨੂੰ ਅਸੀਂ ਮੰਨਦੇ ਹਾਂ ਕਿ ਇੱਕ ਮੌਕ ਇੰਟਰਵਿਊਜ਼, ਜਿਹਦੇ 'ਚ ਕਿ ਪੂਰੇ ਪੈਨਲ ਦੇ ਅੱਗੇ ਤੁਹਾਨੂੰ ਸਬਜੈਕਟ ਐਕਸਪਰਟ ਤੇ ਜਿਸ ਤਰੀਕੇ ਦਾ ਤੁਹਾਨੂੰ ਪੈਨਲ ਮਿਲੂਗਾ, ਉਹਦੇ 'ਚ ਹਰ ਇੱਕ ਵਿਸ਼ੇ ਦੇ ਐਕਸਪਰਟ ਨਾਲ ਇੱਕ ਜਨਰਲ, ਇੱਕ ਸਬਜੈਕਟ ਸਪੈਸੀਫਿਕ, ਤੇ ਉਸ ਤੋਂ ਬਾਅਦ ਪੀਪੀਐਸਸੀ ਦੇ ਹੋਰ ਵੀ ਜੋ ਐਕਸਪਰਟਸ ਉੱਥੇ ਬੈਠਣਗੇ, ਉਵੇਂ ਦਾ ਐਕਸਪੀਰੀਅੰਸ ਵਾਸਤੇ ਪੈਨਲ ਇੰਟਰਵਿਊ ਹੋਊਗੀ, ਜਿਹਨੂੰ ਆਪਾਂ ਮੌਕ ਇੰਟਰਵਿਊ ਕਹਿ ਦਿੰਦੇ ਹਾਂ। ਸੋ ਅਸੀਂ ਕੀ ਦੱਸਣ ਜਾ ਰਹੇ ਹਾਂ ਇੱਥੇ, ਦੇਖੋ, ਜਦੋਂ ਤੁਸੀਂ ਵੈਟਰਨਰੀ ਆਫਿਸਰਸ ਦੇ ਇੰਟਰਵਿਊ ਵਾਸਤੇ ਤੁਹਾਨੂੰ ਪੀਪੀਐਸਸੀ ਨੇ ਆਪਣੀ ਆਫੀਸ਼ੀਅਲ ਵੈਬਸਾਈਟ ਤੇ ਨੋਟੀਫਿਕੇਸ਼ਨ ਦਿੱਤੀ ਆ, ਉਹਦੇ ਨਾਲ ਤੁਹਾਡੇ ਕੋਲ ਡਿਟੇਲਡ ਐਪਲੀਕੇਸ਼ਨ ਫਾਰਮ ਭਰਵਾਇਆ ਹੈ। ਸੋ ਉਹ ਫਾਰਮ ਉਹਨਾਂ ਦੀ ਵੈਬਸਾਈਟ ਤੇ ਵੀ ਆ, ਅਸੀਂ ਉਹ ਪੂਰੇ ਦਾ ਪੂਰਾ ਫਾਰਮ ਡੀਕੋਡ ਕਰਾਂਗੇ ਤੁਹਾਡੇ ਨਾਲ। ਅਸੀਂ ਬਕਾਇਦਾ ਉਹਦਾ ਪੂਰਾ ਐਨਾਲਿਸਿਸ, ਤੁਹਾਡੇ ਬਾਇਓਡਾਟਾ ਦਾ ਐਨਾਲਿਸਿਸ, ਜਿਹੜੀ ਨੌਕਰੀ ਵੈਟਰਨਰੀ ਆਫਿਸਰ ਦੀ ਤੁਸੀਂ ਲੱਗਣ ਜਾ ਰਹੇ ਹੋ, ਉਹਦੀ ਜੌਬ ਪ੍ਰੋਫਾਈਲ, ਤੁਹਾਡੇ ਸੀਨੀਅਰਸ ਤੇ ਜੂਨੀਅਰਸ ਕਿ ਤੁਹਾਡੇ ਅੰਡਰ, ਦੇਖੋ ਪਤਾ ਹੀ ਆ ਕਿ ਤੁਹਾਡੇ ਤੋਂ ਥੱਲੇ ਵੈਟਰਨਰੀ ਇੰਸਪੈਕਟਰ PSSB ਗਰੁੱਪ C 'ਚ ਭਰਤੀ ਕਰਦੀ ਹੈ। ਸੋ ਉਹਨਾਂ ਦੇ ਨਾਲ ਤੁਹਾਡਾ ਰਿਲੇਸ਼ਨ, ਠੀਕ ਆ, ਸੁਸਾਇਟੀ ਨੂੰ ਤੁਹਾਡਾ ਰਿਲੇਸ਼ਨ, ਤੇ ਤੁਹਾਡੇ ਡਿਪਾਰਟਮੈਂਟ ਨਾਲ ਤੁਹਾਡੀ ਇੰਟਰੈਕਸ਼ਨ, ਤੇ ਤੁਹਾਡੇ ਰੋਲਸ ਤੇ ਰਿਸਪੌਂਸਿਬਿਲਟੀਜ਼, ਉਹਨੂੰ ਲੈ ਕੇ ਤੁਹਾਨੂੰ ਦੱਸਿਆ ਜਾਊਗਾ। ਸਪੈਸ਼ਲੀ ਪਰਸਨਲ ਮੈਂਟਰਸ਼ਿਪ ਹੋਊਗੀ ਤੇ ਸਬਜੈਕਟ ਐਕਸਪਰਟਸ। ਦੇਖੋ, ਜੇ ਤੁਸੀਂ ਇਹ ਕਹਿ ਦਿਓ ਕਿ ਤੁਸੀਂ ਇੰਟਰਵਿਊ ਦੀ ਤਿਆਰੀ ਕਰ ਰਹੇ ਹੋ ਤੇ ਤੁਸੀਂ ਵੈਟਰਨਰੀ ਐਕਸਪਰਟਸ ਨਾਲ ਨਾ ਮਿਲੋ, ਤਾਂ ਇਹ ਹੋ ਹੀ ਨਹੀਂ ਸਕਦਾ। ਸੋ ਸਭ ਤੋਂ ਪਹਿਲਾਂ ਉਸ ਚੀਜ਼ ਦਾ, ਤੇ ਇਸ ਤੋਂ ਬਾਅਦ ਆ ਗਈਆਂ ਮਿਥਸ ਅਬਾਊਟ ਇੰਟਰਵਿਊ। ਦੇਖੋ, ਬਹੁਤ ਸਾਰੀਆਂ ਮਿਥ ਨੇ ਇੰਟਰਵਿਊ ਨੂੰ ਲੈ ਕੇ। ਅਜੀ ਪੀਪੀਐਸਸੀ ਦੀ ਇੰਟਰਵਿਊ ਆ, ਜੇ ਸਾਨੂੰ ਇੰਗਲਿਸ਼ ਨਾ ਆਈ ਫਿਰ ਅਸੀਂ ਕੀ ਕਰਾਂਗੇ? ਅਸੀਂ ਤਾਂ ਜੀ ਬੀਟੈਕ ਕੀਤੀ ਆ ਜਾਂ BSc ਐਗਰੀਕਲਚਰ ਕੀਤੀ ਹੋਈ ਆ ਜਾਂ ਵੈਟਰਨਰੀ ਕੀਤੀ ਹੋਈ ਆ, ਸਾਨੂੰ ਤਾਂ ਇੰਗਲਿਸ਼ ਆਉਂਦੀ ਨਹੀਂ। ਇੰਗਲਿਸ਼ ਦਾ ਤੇ ਇੰਟਰਵਿਊ ਦਾ ਆਪਸ 'ਚ ਕੋਈ ਸੰਬੰਧ ਨਹੀਂ। ਇਹ ਸਾਡੀ ਟੀਮ, ਜਦੋਂ ਅਸੀਂ ਇੰਟਰਵਿਊ ਦੀ ਤਿਆਰੀ ਕਰਾਵਾਂਗੇ, ਬਕਾਇਦਾ ਇਹਨਾਂ ਗੱਲਾਂ ਤੇ ਫੋਕਸ ਕੀਤਾ ਜਾਊਗਾ ਕਿ ਪੀਪੀਐਸਸੀ ਕਿਵੇਂ ਇੰਟਰਵਿਊ ਲੈਂਦੀ ਹੈ। ਤੁਹਾਨੂੰ ਇੰਟਰਵਿਊ ਤਿਆਰੀ ਕਰਾਉਣਗੇ ਕੌਣ? ਸਿਰਫ ਉਹ ਜਿਨ੍ਹਾਂ ਨੇ ਇਸ ਤੋਂ ਪਹਿਲਾਂ ADO ਪੀਪੀਐਸਸੀ ਦੇ PCS ਵਗੈਰਾ ਦੀਆਂ ਇੰਟਰਵਿਊਜ਼ ਦੀ ਤਿਆਰੀ ਕਰਵਾਈ ਹੋਈ ਆ। ਉਹ ਪੂਰੇ ਦਾ ਪੂਰਾ ਐਕਸਪਰਟ ਪੈਨਲ, ਜਿਨ੍ਹਾਂ ਨੇ ਰੀਸੈਂਟਲੀ SDOs ਨੂੰ ਤਿਆਰ ਕਰਵਾਇਆ ਹੈ, ਤਾਂ ਜੋ ਪਤਾ ਲੱਗੇ ਕਿ ਪੀਪੀਐਸਸੀ ਪਿਛਲੇ 5-6 ਸਾਲਾਂ 'ਚ ਕਿਸ ਤਰੀਕੇ ਦਾ ਪੈਨਲ ਬਣਾਉਂਦੀ ਆ, ਤੇ ਉਹ ਪੈਨਲ ਕਿਵੇਂ ਤੁਹਾਡੇ ਤੋਂ ਕੀ ਪੁੱਛ ਸਕਦਾ ਹੈ, ਕਿੰਨੀ ਕੁ ਡੋਮੇਨ 'ਚ ਜਾ ਕੇ ਤੁਹਾਡੇ ਤੋਂ ਸਵਾਲ ਪੁੱਛੇ ਜਾ ਸਕਦੇ ਆ। ਉਸ ਤੋਂ ਬਾਅਦ ਇੰਟਰਵਿਊ 'ਚ ਕੀਤੀਆਂ ਜਾਣ ਵਾਲੀਆਂ ਗਲਤੀਆਂ, ਜੋ ਤੁਹਾਡੀ ਸਟਰੈਂਥ, ਵੀਕਨੈਸ, ਓਪਰਚੁਨਿਟੀ ਤੇ ਥ੍ਰੈਟਸ ਨੇ, ਜੋ ਕੁਝ ਤੁਹਾਡੇ ਨਾਲ ਇੰਟਰਵਿਊ ਵਾਲੇ ਦਿਨ ਜਾਂ ਇੰਟਰਵਿਊ ਕੋਲ ਪੈਨਲ ਦੇ ਸਾਹਮਣੇ ਬੈਠੇ ਹੋ ਸਕਦਾ ਹੈ, ਉਹ ਸਾਰੀਆਂ ਚੀਜ਼ਾਂ ਦਾ ਪ੍ਰੋਪਰ ਐਨਾਲਿਸਿਸ ਹੋਊਗਾ। ਸੋ ਕੁੱਲ ਮਿਲਾ ਕੇ ਇਹ ਪੋਰਸ਼ਨ ਤਾਂ ਹੋਊਗਾ ਓਰੀਐਂਟੇਸ਼ਨ ਵਾਲਾ, ਜਿਹੜਾ ਕਿ ਤੁਸੀਂ ਕਿਸੇ ਵੀ ਜਗ੍ਹਾ ਤੇ ਇੰਟਰਵਿਊ ਦੇਣ ਜਾਓ, ਚਾਹੇ ਤੁਹਾਡੀ ਟੈਕਨੀਕਲ ਇੰਟਰਵਿਊ ਆ, ਚਾਹੇ ਨੌਨ ਟੈਕਨੀਕਲ ਆ, ਚਾਹੇ ਵੈਟਰਨਰੀ ਆਫਿਸਰਸ ਦੀ ਆ, ਚਾਹੇ ਕਿਸੇ ਦੀ ਵੀ ਆ, ਸਾਰਿਆਂ ਲਈ ਜ਼ਰੂਰੀ ਹੈ।
ਬੀਇੰਗ ਅ ਵੈਟਰਨਰੀ ਆਫਿਸਰ ਤੁਹਾਡੀਆਂ ਕੀ ਜ਼ਿੰਮੇਵਾਰੀਆਂ ਹੋਣਗੀਆਂ, ਉਹਦੇ ਵਾਸਤੇ ਆਹ ਪੁਆਇੰਟ ਤੁਹਾਡੇ ਲਈ ਬੜਾ ਜ਼ਰੂਰੀ ਹੈ। ਇਹਦੀ ਵਜ੍ਹਾ ਮੈਂ ਦੱਸਦਾ, ਜਦੋਂ ਮੈਂ ਐਸਡੀਓਜ਼ ਨੂੰ ਇੰਟਰਵਿਊ ਦੀ ਤਿਆਰੀ ਕਰਾ ਰਿਹਾ ਸੀ ਤਾਂ ਬਹੁਤ ਸਾਰੇ ਸਵਾਲ ਉਹਨਾਂ ਤੋਂ ਟੈਕਨੀਕਲ ਪੁੱਛੇ ਗਏ, ਕਿਉਂਕਿ ਪੈਨਲ 'ਚ ਬੈਠਾ ਇੱਕ ਸ਼ਖਸ ਬਿਲਕੁਲ ਸਬਜੈਕਟ ਐਕਸਪਰਟ ਹੁੰਦਾ ਹੈ ਤੇ ਉਹ ਕਿਸੇ ਨਾ ਕਿਸੇ ਇਹੋ ਜਿਹੀ ਯੂਨੀਵਰਸਿਟੀ ਦਾ ਤੇ ਇਹੋ ਜਿਹੀ ਜਗ੍ਹਾ ਤਾਂ ਮਾਹਰ ਹੁੰਦਾ ਹੈ ਜਿਹੜਾ ਕਿਤੇ ਵੀ ਤੁਸੀਂ ਟੈਕਨੀਕਲੀ ਗਲਤ ਹੋਵੋਗੇ ਤੁਹਾਨੂੰ ਫੜ ਸਕਦਾ ਹੈ। ਸੋ ਉਹਦੇ ਵਾਸਤੇ ਤੁਹਾਨੂੰ ਹਰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਆ ਤੁਹਾਡੀ ਫੀਲਡ ਨਾਲ ਸੰਬੰਧਿਤ, ਕੀ ਸੰਵਿਧਾਨ 'ਚ ਕੀ ਲਿਖਿਆ ਹੋਇਆ ਹੈ, ਕੀ ਸੰਵਿਧਾਨਕ ਜ਼ਿੰਮੇਵਾਰੀਆਂ ਹੈ ਬੀਇੰਗ ਅ ਵੈਟਰਨਰੀ ਆਫਿਸਰ ਜਾਂ ਬੀਇੰਗ ਇਸ ਲੈਵਲ ਤੇ ਪਹੁੰਚਦੇ ਹੋਏ ਤੁਹਾਡੀਆਂ ਮਹਿਕਮੇ ਨਾਲ ਤੁਹਾਡੀ ਨੌਕਰੀ ਨਾਲ ਸੰਬੰਧਿਤ ਕਿਹੜੀਆਂ ਸਕੀਮਾਂ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੀਆਂ ਚਲਾਈਆਂ ਜਾ ਰਹੀਆਂ ਨੇ, ਕੀ ਪਾਲਿਸੀਜ਼ ਨੇ। ਉਸ ਤੋਂ ਬਾਅਦ ਤੁਹਾਡੇ ਜੌਬ ਨਾਲ ਸੰਬੰਧਿਤ ਕਿਹੜੀਆਂ ਬਾਡੀਜ਼ ਨੇ, ਕਿਹੜੇ ਸਟੈਚੂਟਰੀ ਬਾਡੀਜ਼ ਨੇ, ਜਿਵੇਂ ਸਪੋਜ਼ ਕਰੋ ਕਿ ਸੈਂਟਰ ਸਰਕਾਰ ਦੀ ਕਿਹੜੀ ਪਸ਼ੂਧਨ ਸਕੀਮ ਜਾਂ ਕਿਹੜਾ ਡਿਪਾਰਟਮੈਂਟ ਆ ਜਿਹੜਾ ਤੁਹਾਡੇ ਮਹਿਕਮੇ ਨਾਲ ਤੁਹਾਡੀ ਜੌਬ ਨਾਲ ਸੰਬੰਧਿਤ ਆ, ਆਈਦਰ ਐਟ ਸੈਂਟਰ ਲੈਵਲ ਔਰ ਐਟ ਸਟੇਟ ਲੈਵਲ, ਕਿਸੇ ਵੀ ਲੈਵਲ ਤੇ ਕੋਈ ਵੀ ਡਿਪਾਰਟਮੈਂਟ ਉਹਦੇ ਬਾਰੇ ਤੁਹਾਨੂੰ ਕਲੀਅਰ ਦੱਸਿਆ ਜਾਊਗਾ। ਸੈਂਟਰ ਸਰਕਾਰ ਤੇ ਸਟੇਟ ਸਰਕਾਰ ਦੁਆਰਾ ਬਣਾਏ ਹੋਏ ਜਾਨੀ ਕਿ ਜਾਂ ਪਾਰਲੀਮੈਂਟ ਦੇ ਜਾਂ ਸਟੇਟ ਵਿਧਾਨ ਸਭਾ ਦੇ ਬਣਾਏ ਹੋਏ ਸਾਰੇ ਲਾਜ਼ ਐਂਡ ਬਾਈ ਲਾਜ਼ ਜਿਹੜੇ ਪੰਜਾਬ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਬਣਾਏ ਹੋਏ ਆ ਤੇ ਤੁਹਾਡੇ ਮਹਿਕਮੇ ਨਾਲ ਸੰਬੰਧਿਤ ਆ। ਉਸ ਤੋਂ ਬਾਅਦ ਤੁਹਾਨੂੰ ਸਭ ਨੂੰ ਪਤਾ ਹੈ ਕਿ ਜੇ ਬੀਇੰਗ ਵੈਟਰਨਰੀ ਆਫਿਸਰ ਹੈਗੇ ਹੋ ਤੁਸੀਂ ਤਾਂ ਤੁਹਾਨੂੰ ਜੋ ਲਾਈਵ ਸਟਾਕ ਸੈਂਸਸ ਆ ਜਿਹਦੀ ਕਿ ਤੁਹਾਨੂੰ ਪੂਰੀ ਚੰਗੀ ਜਾਣਕਾਰੀ ਚਾਹੀਦੀ ਹੈ, ਬਿਕੋਜ਼ ਓਬਵੀਅਸ ਜੀ ਗੱਲ ਆ ਕਿ ਜੇ ਤੁਸੀਂ ਉਸ ਸੈਂਸਸ ਬਾਰੇ ਸਮਝ ਨਹੀਂ ਰੱਖਦੇ ਤਾਂ ਪ੍ਰੋਪਰ ਲੈਕਚਰ ਤੁਹਾਨੂੰ ਉਹਦੇ ਤੇ ਦਿੱਤਾ ਜਾਊਗਾ। ਤੁਹਾਡੀ ਮਿਨਿਸਟਰੀ ਡਿਪਾਰਟਮੈਂਟ ਨਾਲ ਰਿਲੇਟਡ ਕੋਈ ਵੀ ਕਰੰਟ ਇਸ਼ੂਜ਼ ਨੇ ਵੀ ਇੱਕ ਵੈਟਰਨਰੀ ਆਫਿਸਰ ਦੇ ਤੌਰ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਟਾਈਮ ਕਿਹੜੀਆਂ ਕਰੰਟ ਡਿਜ਼ੀਜ਼ਸ ਨੇ ਜੋ ਇਸ ਟਾਈਮ ਖਬਰਾਂ 'ਚ ਚੱਲ ਰਹੀਆਂ, ਉਹਨਾਂ ਨੂੰ ਲੈ ਕੇ ਸਰਕਾਰ ਦੇ ਕੀ ਇਨੀਸ਼ੀਏਟਿਵਸ ਨੇ ਉਹ ਸਾਰੇ ਤੁਹਾਡੇ ਨਾਲ ਡਿਸਕਸ ਕਰਨਗੇ ਸਬਜੈਕਟ ਐਕਸਪਰਟਸ, ਜਿਹਦੇ ਕਿ ਪ੍ਰੋਪਰ ਲੈਕਚਰ ਤੁਹਾਨੂੰ ਦਿੱਤੇ ਜਾਣਗੇ। 3-4 ਲੈਕਚਰਾਂ 'ਚ ਸਾਰਾ ਕੁਝ ਕੰਪਾਈਲ ਕੀਤਾ ਜਾਊਗਾ ਤਾਂ ਕਿ ਵੈਟਰਨਰੀ ਆਫਿਸਰ ਦੀ ਇੰਟਰਵਿਊ 'ਚ ਜਾਣ ਤੋਂ ਪਹਿਲਾਂ ਸਿਰਫ ਤੁਹਾਡਾ ਕੌਨਫੀਡੈਂਸ ਨਹੀਂ, ਤੁਹਾਡੇ 'ਚ ਉਹ ਸਾਰਾ ਕੁਝ ਪਾਇਆ ਵੀ ਜਾਵੇ ਜਿਹੜਾ ਕਿ ਤੁਸੀਂ ਉੱਥੇ ਜਾ ਕੇ ਬੋਲਣਾ ਹੈ। ਕੱਲਾ ਕੌਨਫੀਡੈਂਸ ਤੁਹਾਨੂੰ ਕਿਤੇ ਨਹੀਂ ਲੈ ਕੇ ਜਾ ਸਕਦਾ। ਜੋ ਤੁਸੀਂ ਪੇਪਰਸ ਤਿਆਰੀ ਕੀਤੀ ਸੀ ਉਹ ਇੱਕ ਬੜੀ ਫੈਕਚੁਅਲ ਤਿਆਰੀ ਸੀਗੀ, ਠੀਕ ਆ, ਉਹਦੇ 'ਚ ਤੁਸੀਂ ਜੋ ਤੁਹਾਡੀਆਂ BSc ਦੀਆਂ ਕਿਤਾਬਾਂ 'ਚ ਸੀਗਾ ਤੁਸੀਂ ਉਹ ਲਿਖਤਾ ਤੇ ਉਹ ਲਿਖ ਕੇ ਤੁਸੀਂ ਇੱਥੋਂ ਤੱਕ ਪਹੁੰਚ ਗਏ, ਤੁਹਾਡਾ ਪੇਪਰ ਹੋਇਆ, ਠੀਕ ਆ, ਐਂਡ ਤੁਸੀਂ ਇੰਟਰਵਿਊ ਵਾਸਤੇ ਤਿਆਰ ਹੋ ਗਏ। ਪਰ ਮਸਲਾ ਹੋਣਾ ਜਦੋਂ ਤੁਸੀਂ ਇੰਟਰਵਿਊ ਦੇਣੀ ਆ, ਕਿਉਂਕਿ ਇੰਟਰਵਿਊ 'ਚ ਜਾ ਕੇ ਪਤਾ ਲੱਗਣਾ ਹੁਣ ਕਿ ਤੁਸੀਂ ਕਿਸ ਤਰੀਕੇ ਨਾਲ ਤੁਹਾਡੀ ਕਰੰਟ ਵਿਸ਼ਿਆਂ ਨੂੰ ਲੈ ਕੇ ਜਾਣਕਾਰੀ ਹੈ। ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ ਕਿ ਜੋ ਵੀ ਕੁਝ ਸਾਡੇ ਕੋਲ ਅਵੇਲੇਬਲ ਆ ਤੁਸੀਂ ਪੜ੍ਹ ਸਕੋ, ਉਹਨੂੰ ਅਸੀਂ ਪ੍ਰਿੰਟੇਬਲ ਫਾਰਮ 'ਚ ਤੁਹਾਨੂੰ ਅਵੇਲੇਬਲ ਕਰਾਵਾਂਗੇ। ਇਹ ਹੋ ਗਿਆ ਸਾਡਾ ਕਿ ਸਬਜੈਕਟ ਓਰੀਐਂਟਡ ਅਸੀਂ ਕੀ ਦੇਣਾ ਹੈ। ਇਸ ਤੋਂ ਬਾਅਦ ਆ ਗਈ ਮੌਕ ਇੰਟਰਵਿਊਜ਼। 2 ਟਾਈਪ ਦੀਆਂ ਮੌਕ ਇੰਟਰਵਿਊਜ਼ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ। ਇੱਕ ਫੇਸ ਟੂ ਫੇਸ ਇੰਟਰੈਕਸ਼ਨ। ਦੇਖੋ ਫੇਸ ਟੂ ਫੇਸ ਇੰਟਰੈਕਸ਼ਨਸ ਤਾਂ ਅਸੀਂ ਇਸ ਚੀਜ਼ ਦੀ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਐਸਪੀਰੈਂਟ ਨਾਲ ਪਰਸਨਲੀ ਸਾਡੀ ਟੀਮ ਜਿਹੜੀ ਆ ਉਹ ਜੁੜੇ। ਜਿਵੇਂ ਵੀ ਜਿਹੜੀ ਵੀ ਉਹਨਾਂ ਨੇ ਫੇਸ ਟੂ ਫੇਸ ਇੰਟਰੈਕਸ਼ਨ 'ਚ ਕੋਈ ਗਲਤੀ ਕੀਤੀ ਆ ਨਾਲ ਦੀ ਨਾਲ ਡਾਇਨਾਮਿਕ ਫੀਡਬੈਕ, ਜਿਹਦੇ 'ਚ ਕਿ ਪੈਨਲ ਇੰਟਰਵਿਊ 'ਚ ਜਾਣ ਤੋਂ ਪਹਿਲਾਂ ਉਹਦੀ ਪੂਰੀ ਕਹਿ ਲਓ ਕਿ ਇੱਕ ਫਿਨਿਸ਼ਿੰਗ ਹੋ ਚੁੱਕੀ ਹੋਵੇ ਤੇ ਉਹਨੂੰ ਸਾਰੀਆਂ ਗੱਲਾਂ ਪਤਾ ਹੋਵੇ ਕਿ ਪੈਨਲ ਅੱਗੇ ਜਾ ਕੇ ਕਿਵੇਂ ਰਿਐਕਟ ਕਰਨਾ ਹੈ ਤੇ ਕਿਵੇਂ ਆਪਣੀ ਸਭ ਕੁਝ ਕਲੀਅਰ ਕਰਨਾ ਹੈ। ਫਿਰ ਉਸ ਤੋਂ ਬਾਅਦ ਆਊਗਾ ਜੀ ਪੈਨਲ ਡਿਸਕਸ਼ਨ। ਪੈਨਲ ਡਿਸਕਸ਼ਨ ਦੇ ਸਾਹਮਣੇ ਤੁਹਾਡੇ ਕੋਲ ਹਰ ਇੱਕ 2 ਟਾਈਪ ਦੇ ਸਵਾਲ ਪੁੱਛੇ ਜਾਣਗੇ। ਇੱਕ ਜਨਰਲ ਜਿਹੜੇ ਕਿ PPSC ਦੇ ਨੈਚੁਰਲ ਜੀ ਗੱਲ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਦੋਂ PPSC ਦਾ ਪੈਨਲ ਬਣਦਾ ਹੈ ਨਾ ਤਾਂ ਪੈਨਲ 'ਚ ਜਿਹੜੇ ਚੇਅਰਪਰਸਨ ਜਾਂ ਮੈਂਬਰ ਸਾਹਿਬਾਨ ਬੈਠਦੇ ਆ ਉਹ ਤਾਂ ਤੁਹਾਨੂੰ ਜਨਰਲ ਸਵਾਲ ਪੁੱਛਦੇ ਆ, ਕਿਉਂਕਿ ਬਹੁਤ ਘੱਟ ਹੁੰਦਾ ਕਿ ਉਹ ਤੁਹਾਡੇ ਵਿਸ਼ੇ ਦੀ ਜਾਣਕਾਰੀ ਰੱਖਦੇ ਹੋਣ। ਟੈਕਨੀਕਲ ਸਵਾਲ ਜਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਤੁਹਾਡੇ ਸਪੈਸ਼ਲਾਈਜ਼ਡ ਕੈਡਰ ਦੇ ਸਵਾਲ, ਉਹ ਤੁਹਾਡੇ ਕੋਲ ਉਸ ਸਬਜੈਕਟ ਐਕਸਪਰਟ ਨੇ ਪੁੱਛੇ ਹੁੰਦੇ ਆ ਜਿਹਨੂੰ ਉਹਨਾਂ ਨੇ ਸਪੈਸ਼ਲ ਬੁਲਾਇਆ ਹੁੰਦਾ ਹੈ। ਤਾਂ ਤੁਹਾਡੇ ਕੋਲ ਦੋਵੇਂ ਪ੍ਰਕਾਰ ਦੇ ਸਵਾਲ, ਇੱਕ ਤੁਹਾਡੇ ਸਪੈਸ਼ਲ ਕੈਡਰ ਜਿਹਨੂੰ ਅਸੀਂ ਟੈਕਨੀਕਲ ਕੈਡਰ ਵੀ ਕਹਿ ਸਕਦੇ ਹਾਂ ਤੇ ਇੱਕ ਜਨਰਲ ਕੈਡਰ। ਇਹਨਾਂ ਸਵਾਲਾਂ ਦੀ ਅਹਿਮੀਅਤ ਇਸ ਕਰਕੇ ਵੱਧ ਹੁੰਦੀ ਆ ਕਿਉਂਕਿ ਦੇਖੋ ਆਹ ਟੈਕਨੀਕਲ ਸਵਾਲ ਪੁੱਛਣ ਵਾਲਾ ਸ਼ਖਸ ਤਾਂ ਬਾਹਰੋਂ ਆਇਆ ਹੈ, ਜਿਹੜਾ ਜਰਨਲ ਸਵਾਲ ਪੁੱਛਣ ਵਾਲਾ ਹੈ ਉਹ PPSC ਦੇ ਚੇਅਰਮੈਨ ਸਾਹਿਬ ਵੀ ਹੋ ਸਕਦੇ ਆ ਜਾਂ ਕੋਈ ਸੀਨੀਅਰ ਮੈਂਬਰ ਹੋ ਸਕਦਾ ਹੈ। ਸੋ ਇਹਨਾਂ ਨੂੰ ਵੀ ਨਾਰਾਜ਼ ਨਹੀਂ ਕੀਤਾ ਜਾ ਸਕਦਾ ਤੇ ਇਹਨਾਂ ਦੇ ਸਾਹਮਣੇ ਵੀ ਸਾਨੂੰ ਬੈਸਟ ਆਪਣੀ ਪਰਫਾਰਮੈਂਸ ਦੇਣੀ ਹੈ। ਸੋ ਕੱਲੀ ਟੈਕਨੀਕਲ ਨੌਲੇਜ ਦੇ ਆਧਾਰ ਤੇ ਤੁਸੀਂ ਉੱਥੇ ਬੈਠੋਗੇ ਤਾਂ ਉਹ ਵੀ ਪੋਸੀਬਲ ਨਹੀਂ। ਸੋ ਇਹ ਹਰ ਇੱਕ ਚੀਜ਼ ਜਨਰਲ ਜਿਹੜੀ ਚੀਜ਼ ਤੁਹਾਨੂੰ ਸਭ ਤੋਂ ਮੇਨ ਦੱਸੀ ਜਾਊਗੀ, ਜਿਹੜੀ ਕਿ PPSC ਦੇ ਟੀਮ ਦੇ ਖੁਦ ਮੈਂਬਰ ਸਾਹਿਬਾਨ ਜਾਂ ਚੇਅਰਪਰਸਨ ਸਾਹਿਬਾਨ ਨੇ ਚੈੱਕ ਕਰਨੀ ਆ, ਉਹ ਕੀ ਆ
ਤੁਹਾਡੀ ਡਰੈਸਿੰਗ ਸੈਂਸ ਤੋਂ ਲੈ ਕੇ ਤੁਹਾਡੀ ਰਿਐਕਸ਼ਨਸ ਐਕਸ਼ਨਸ, ਤੁਹਾਡਾ ਜੋ ਉੱਥੇ ਬੈਠਿਆਂ ਦਾ ਰਵੱਈਆ ਹੈ, ਜੋ ਤੁਸੀਂ 5 ਤੋਂ 15 ਮਿੰਟ, ਕਿਉਂਕਿ ਇੰਟਰਵਿਊ ਦਾ ਪੀਪੀਐਸਸੀ ਟਾਈਮ ਜਿਹੜਾ ਹੈ ਨਾ ਉਹ 4 ਮਿੰਟ ਤੋਂ ਲੈ ਕੇ 17-18 ਮਿੰਟ ਤੱਕ ਅਬਜ਼ਰਵ ਕੀਤਾ ਗਿਆ ਹੈ। ਪੀਪੀਐਸਸੀ ਦਾ ਪੈਨਲ ਤੁਹਾਨੂੰ 4 ਮਿੰਟ 'ਚ ਵੀ ਕਈ ਵਾਰੀ ਬਾਹਰ ਤੋਰ ਦਿੰਦਾ ਹੈ ਤੇ ਕਈ ਵਾਰੀ ਉਹ 17 ਤੋਂ 18 ਮਿੰਟ ਵੀ ਲੈਂਦਾ ਹੈ। ਇਹ ਮੈਂ ਆਪਣੇ ਤਜਰਬਿਆਂ ਤੋਂ ਦੱਸ ਰਿਹਾ ਜਿਸ ਤਰੀਕੇ ਨਾਲ ਅਸੀਂ ਆਪਣੀਆਂ ਇੰਟਰਵਿਊਜ਼ ਨੂੰ ਤਿਆਰ ਕਰਾਉਂਦੇ ਰਹੇ ਹਾਂ। ਸੋ ਇਸ ਲੈਵਲ ਤੇ ਜੇ ਅਸੀਂ ਸਮਝ ਰੱਖੀਏ ਨਾ ਕਿ ਬਈ ਅਸੀਂ ਪੈਨਲ ਡਿਸਕਸ਼ਨ 'ਚ ਇਹ ਚੀਜ਼ ਆ ਕਿ ਜਿਹੜੇ ਚੇਅਰਮੈਨ ਸਾਹਿਬ ਨੇ ਤੁਹਾਨੂੰ ਦੇਖਣਾ ਹੈ ਤਾਂ ਉਹਦੇ ਵਾਸਤੇ ਤੁਹਾਨੂੰ ਜਨਰਲ ਤੇ ਟੈਕਨੀਕਲ ਦੋਵਾਂ ਵਿਸ਼ਿਆਂ ਤੇ ਤੁਹਾਡੀ ਕਮਾਂਡ ਹੋਣੀ ਚਾਹੀਦੀ ਹੈ। ਇਹ ਸਾਡਾ ਪੂਰਾ ਗਾਈਡੈਂਸ ਪ੍ਰੋਗਰਾਮ ਆ। ਇਹਦੇ ਤੱਕ ਤੁਸੀਂ ਅਪਰੋਚ ਕਿਵੇਂ ਕਰਨੀ ਹੈ, ਤੁਸੀਂ ਸਾਡੇ ਇਸ ਪ੍ਰੋਗਰਾਮ ਨਾਲ ਜੁੜ ਕਿਵੇਂ ਸਕਦੇ ਹੋ, ਇਹ ਸਭ ਤੋਂ ਵੱਧ ਜ਼ਰੂਰੀ ਹੈ। ਸਾਡੇ ਇਸ ਪ੍ਰੋਗਰਾਮ ਨਾਲ ਜੁੜਨ ਤੋਂ ਪਹਿਲਾਂ ਇੱਕ ਛੋਟੀ ਜੀ ਚੀਜ਼ ਹੋਰ ਆ, ਇਹ ਉਹ ਡੈਫ ਆ ਜਿਹੜਾ ਕਿ ਉਹਨਾਂ ਦੀ ਵੈਬਸਾਈਟ ਤੋਂ ਤੁਸੀਂ ਡਾਊਨਲੋਡ ਕਰਨਾ ਹੈ। ਇਹਦੇ 'ਚ ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਐਪਲੀਕੇਸ਼ਨ ਫਾਰਮ ਆ ਇਹਦੇ 'ਚ ਉਹ ਏਰੀਆ ਹੈ ਜਿਹਦੇ ਤੇ ਸਾਡੀ ਟੀਮ ਸਭ ਤੋਂ ਵੱਧ ਕੰਮ ਕਰ ਰਹੀ ਹੈ। ਬਿਕੋਜ਼ ਜਦੋਂ ਇਹ ਐਪਲੀਕੇਸ਼ਨ ਫਾਰਮ ਤੁਹਾਡਾ ਉਹਨਾਂ ਦੇ ਸਾਹਮਣੇ ਗਿਆ ਤੇ ਤੁਸੀਂ ਇੱਥੇ ਆਪਣੀ ਹੌਬੀਜ਼ 'ਚ ਭਰਤਾ ਤਾਂ ਓਬਵੀਅਸ ਜੀ ਗੱਲ ਆ ਕਿ ਜੇ ਚੇਅਰਮੈਨ ਸਾਹਿਬ, ਓਬਵੀਅਸ ਜੀ ਗੱਲ ਆ ਪੀਪੀਐਸਸੀ ਦੇ ਪੂਰੇ ਮੈਂਬਰਸ ਤੇ ਚੇਅਰਮੈਨਸ ਦਾ ਬਾਇਓਡਾਟਾ ਟੀਮ ਤੁਹਾਡੇ ਨਾਲ ਡਿਸਕਸ ਵੀ ਕਰੂਗੀ ਤੇ ਤੁਹਾਨੂੰ ਸਾਰਾ ਕੁਝ ਸਮਝਾਇਆ ਵੀ ਜਾਊਗਾ। ਉਹਨਾਂ 'ਚੋਂ ਕੋਈ ਵੀ ਇਹ ਨਹੀਂਗਾ ਕਿ ਜਿਹੜਾ ਵੈਟਰਨਰੀ ਆਫੀਸਰ ਤੋਂ ਉਹਨਾਂ ਦੇ ਸਬਜੈਕਟ ਨਾਲ ਸੰਬੰਧਿਤ ਕੁਝ ਪੁੱਛ ਚੁੱਕੇ, ਉਹਨਾਂ ਨੇ ਤੁਹਾਨੂੰ ਇਹਦੇ 'ਚ ਹੀ ਉਲਝਾਉਣਾ ਹੈ ਤੇ ਸਬਜੈਕਟ ਐਕਸਪਰਟ ਤੁਹਾਨੂੰ ਟੈਕਨੀਕਲ ਵਿਸ਼ੇ 'ਚ ਉਲਝਾਊਗਾ। ਸੋ ਇਹ ਚੀਜ਼ ਨੂੰ ਕਿਵੇਂ ਭਰਨਾ ਹੈ ਇਹ ਸਭ ਟੀਮ ਦੱਸੂਗੀ ਕਿ ਕਿਵੇਂ। ਤੇ ਇਸ ਤੋਂ ਬਾਅਦ ਨਾ ਇੱਕ ਬੜੀ ਖਾਸ ਗੱਲ ਹੁੰਦੀ ਆ ਜਿਹਦੇ ਤੇ ਅਸੀਂ ਕਹਿੰਦੇ ਆ ਕਿ ਕਿਉਂ ਇੰਟਰਵਿਊ ਦੀ ਤਿਆਰੀ ਕਰਨੀ ਚਾਹੀਦੀ ਆ। 4-5 ਸਵਾਲ ਇਹੋ ਜਿਹੇ ਹੁੰਦੇ ਆ ਜਿਹੜੇ ਕਿ ਪੈਟ ਪੁੱਛੇ ਜਾਂਦੇ ਆ ਕਿ ਬਈ ਜੇ ਇਸ ਤੋਂ ਵਧੀਆ ਜੌਬ ਤੁਹਾਨੂੰ ਮਿਲ ਗਈ ਤਾਂ ਤੁਸੀਂ ਜਾਓਗੇ, ਠੀਕ ਆ, ਤੁਸੀਂ ਪਹਿਲਾਂ ਜੌਬ ਕਰ ਰਹੇ ਹੋ ਉੱਥੋਂ ਛੱਡ ਕੇ ਕਿਉਂ ਆ ਰਹੇ ਹੋ, ਕੀ ਗਰੰਟੀ ਹੈ ਕਿ ਤੁਸੀਂ ਇੱਥੇ ਰਹੋਗੇ। ਕੁਝ ਕੁ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਕਨਵੈਨਸ਼ਨਲ ਜੀਆਂ ਹੈ ਕਿ ਇਹ ਪੁੱਛੀਆਂ ਹੀ ਜਾਣੀਆਂ ਤੇ ਉਹਨਾਂ ਦੇ ਜਵਾਬ ਬਹੁਤ ਬੱਚੇ ਪਤਾ ਕੀ ਕਰਦੇ ਆ, ਪੈਟ ਜੇ ਜਵਾਬ ਉਹਨਾਂ ਦੇ ਯਾਦ ਕਰ ਜਾਂਦੇ ਆ ਤੇ ਫਿਰ ਕਹਿੰਦੇ ਆ ਕਿ ਉਹਨੇ ਵੀ ਫਲਾਣੇ ਨੇ ਵੀ ਉਹੀ ਜਵਾਬ ਦਿੱਤਾ, ਉਹਨੂੰ ਨੰਬਰ ਮਿਲ ਗਏ, ਮੈਂ ਵੀ ਉਹੀ ਜਵਾਬ ਦਿੱਤਾ, ਮੈਨੂੰ ਕਿਉਂ ਨਹੀਂ ਮਿਲੇ। ਕਿਉਂਕਿ ਅਸਲ 'ਚ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇੱਕ ਬੰਦਾ ਸਵਾਲ ਦਾ ਜਵਾਬ ਉਵੇਂ ਦਾ ਦਊਗਾ ਜਿਸ ਤਰੀਕੇ ਦੇ ਬੈਕਗਰਾਊਂਡ 'ਚੋਂ ਆਇਆ ਹੈ ਤੇ ਜੇ ਉਹਨੇ ਆਪਣੇ ਅਕੋਰਡਿੰਗ ਆਪਣੇ ਸਵਾਲ ਦਾ ਜਵਾਬ ਆਪਣੀ ਨੇਚਰ ਦੇ ਅਗੇਂਸਟ ਜਾ ਕੇ ਸਵਾਲ ਦਾ ਜਵਾਬ ਦਿੱਤਾ, ਇੰਨਾ ਕਿ ਤਾਂ ਪੀਪੀਐਸਸੀ ਦੇ ਪੈਨਲ ਨੂੰ ਸਮਝ ਆਉਂਦੀ ਆ। ਸੋ ਹਰ ਇੱਕ ਨੂੰ ਇੱਕ ਕਾਮਨ ਸਵਾਲ ਦਾ ਕਾਮਨ ਜਵਾਬ ਜੇ ਅਸੀਂ ਯਾਦ ਕਰਾਵਾਂਗੇ ਨਾ ਤਾਂ ਅਸੀਂ ਬੱਚਿਆਂ ਨੂੰ ਫਸਾ ਰਹੇ ਹਾਂ। ਸੋ ਅਕਸਰ ਇਸੇ ਤਰੀਕੇ ਨਾਲ ਕਈ ਵਾਰੀ ਜਦੋਂ ਤੁਸੀਂ ਨੈਟ ਤੇ ਜਾਂ ਆਪਣੇ ਟੈਲੀਗ੍ਰਾਮ ਦੇ ਗਰੁੱਪਾਂ 'ਚ ਜਿਹੜੀਆਂ ਪੈਟ ਜੇ ਕੁਐਸਚਨਸ ਦੇ ਆਨਸਰ ਲਿਖੇ ਦੇਖਦੇ ਹੋ ਨਾ, ਉਹਨਾਂ ਦੇ ਆਨਸਰ ਯਾਦ ਕਰਕੇ ਜਦੋਂ ਇੰਟਰਵਿਊ 'ਚ ਦੇ ਕੇ ਆਉਂਦੇ ਹੋ ਤਾਂ ਹੀ ਫਸ ਜਾਂਦੇ ਹੋ। ਸੋ ਇਹੀ ਉਹ ਖਾਸ ਗੱਲਾਂ ਨੇ ਜਿਨ੍ਹਾਂ ਦਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਖਾਸ ਧਿਆਨ ਰੱਖਾਂਗੇ ਕਿਉਂਕਿ 700 ਜਾਣੇ ਗਏ ਹੋ, 400 ਰੱਖਣੇ ਆ। ਕੰਪੀਟੀਸ਼ਨ ਦਾ ਕੋਈ ਬਹੁਤਾ ਜ਼ਿਆਦਾ ਨਹੀਂ, ਪਰ ਦੁੱਖ ਉਦੋਂ ਹੀ ਲੱਗਦਾ ਹੁੰਦਾ ਜਦੋਂ ਕੰਪੀਟੀਸ਼ਨ ਜ਼ਿਆਦਾ ਨਾ ਹੋਵੇ ਤੇ ਦੋਵਾਂ 'ਚੋਂ ਇੱਕ ਰੱਖਿਆ ਜਾਣਾ ਹੋਵੇ ਤੇ ਅਸੀਂ ਰਹਿ ਜਾਈਏ। ਫਿਰ ਬੰਦਾ ਸੋਚਦਾ ਕਿ ਯਾਰ ਇੰਨੇ ਜਾਣਿਆਂ 'ਚੋਂ ਨਿਕਲ ਕੇ ਇੱਥੋਂ ਤੱਕ ਪਹੁੰਚ ਗਏ, ਹੁਣ ਦੋਵਾਂ 'ਚੋਂ ਇੱਕ 'ਚ ਆਉਣਾ ਸੀ, ਉੱਥੇ ਫਸ ਗਏ। ਸੋ ਇਸ ਕਰਕੇ ਇਸ ਪ੍ਰੋਗਰਾਮ ਨੂੰ ਸਪੈਸ਼ਲੀ ਤਿਆਰ ਕੀਤਾ ਗਿਆ ਹੈ, ਠੀਕ ਆ। ਹਾਂਜੀ, ਤੁਸੀਂ ਸਾਡੇ ਨਾਲ ਇਹਦੇ ਵਾਸਤੇ ਇਸ ਵੈਟਰਨਰੀ ਆਫੀਸਰ ਦੇ ਪ੍ਰੋਗਰਾਮ ਵਾਸਤੇ ਜੁੜ ਕਿਵੇਂ ਸਕਦੇ ਹੋ। ਦੇਖੋ, ਇਹਦੇ ਨਾਲ ਜੁੜਨ ਵਾਸਤੇ ਸਪੈਸ਼ਲੀ ਸਾਡੀ ਮਾਸਟਰ ਕਲਾਸਿਸ ਪਟਿਆਲਾ ਦੀ ਐਪ ਆ ਜਿਹੜੀ, ਠੀਕ ਆ, ਉਹਦੇ ਤੇ ਆਹ ਪ੍ਰੋਗਰਾਮ ਰਿਫਲੈਕਟ ਹੋ ਰਿਹਾ ਹੋਊਗਾ, ਠੀਕ ਆ। ਵੈਟਰਨਰੀ ਆਫੀਸਰਸ ਦਾ ਡਿਪਾਰਟਮੈਂਟ ਆਫ ਐਨੀਮਲ ਹਸਬੈਂਡਰੀ ਇਨਕੁਆਇਰੀ ਵਾਸਤੇ ਤੁਸੀਂ ਸਭ ਤੋਂ ਮੇਨ ਇਸ ਨੰਬਰ ਤੇ ਫੋਕਸ ਕਰੋਗੇ। ਇਸ ਨੰਬਰ ਤੇ ਤੁਸੀਂ ਕਾਲ ਕਰਿਓ ਬਿਕੋਜ਼ ਇਹਨਾਂ ਨੇ ਹੀ ਤੁਹਾਨੂੰ ਸਾਰੀ ਦੀ ਸਾਰੀ ਜਾਣਕਾਰੀ ਦੇਣੀ ਆ। ਇਸ ਤੋਂ ਬਿਨਾ ਤੁਸੀਂ ਜੇ ਸਪੋਜ਼ ਕਰੋ ਇਹਨਾਂ ਤੱਕ ਤੁਸੀਂ ਨਹੀਂ ਪਹੁੰਚ ਸਕੇ ਤਾਂ ਤੁਸੀਂ ਇਸ ਨੰਬਰ ਤੇ 77078 00072 ਇਸ ਨੰਬਰ ਤੇ ਗੱਲ ਕਰਕੇ ਇਹਨਾਂ ਦੀ ਇੱਕ ਪੈਰਲਲ ਰਿਸਪੌਂਸਿਬਿਲਟੀ ਆ ਕਿ ਤੁਹਾਨੂੰ ਸਾਡੀ ਟੀਮ ਨਾਲ ਉਹ ਗੱਲ ਕਰਾਉਣ ਬਿਕੋਜ਼ ਸਬਜੈਕਟ ਐਕਸਪਰਟ ਤੁਹਾਡੇ ਨਾਲ ਗੱਲ ਕਰੂਗਾ ਤਾਂ ਤੁਹਾਡੇ ਲਈ ਬਹੁਤ ਈਜ਼ੀ ਹੋਊਗਾ। ਅਸੀਂ ਮਿਲ ਕੇ ਇਸ ਪ੍ਰੋਗਰਾਮ ਨੂੰ ਮਾਸਟਰ ਕਲਾਸਿਸ ਪਟਿਆਲਾ ਦੀ ਐਪ ਤੇ ਲੈ ਕੇ ਆ ਰਹੇ ਹਾਂ। ਇਸ ਤੋਂ ਬਾਅਦ ਬਾਈ ਚਾਂਸ ਕੋਈ ਪੁਆਇੰਟ ਰਹਿ ਜਾਂਦਾ ਤਾਂ ਤੁਸੀਂ ਪ੍ਰਦੀਪ ਜੀ ਦੇ ਨਾਲ ਇਸ ਨੰਬਰ ਤੇ ਵੀ ਗੱਲ ਕਰ ਸਕਦੇ ਹੋ। ਇਹ ਸਾਡਾ ਪ੍ਰੋਗਰਾਮ ਆ, ਠੀਕ ਆ, ਜਿਹੜਾ ਕਿ ਤੁਹਾਨੂੰ ਸਾਡੀ ਐਪ ਤੇ ਰਿਫਲੈਕਟ ਹੋਊਗਾ। ਇਹ ਪ੍ਰੋਗਰਾਮ ਦੇ ਵਿੱਚ ਬੱਚਿਆਂ ਦੀ ਤਿਆਰੀ, ਉਹਨਾਂ ਦੀ ਇੰਟਰਵਿਊ ਦੇ ਜਿਹੜੀ ਪਹਿਲੇ ਦਿਨ ਦੀ ਇੰਟਰਵਿਊ ਆ ਉਸ ਤੋਂ 2 ਦਿਨ ਪਹਿਲਾਂ ਤੱਕ ਤਿਆਰੀ ਕੰਪਲੀਟ ਕਰਾਈ ਜਾਊਗੀ, ਇਨਕਲੂਡਿੰਗ ਮੌਕ ਇੰਟਰਵਿਊਜ਼, ਜਿਹਦੇ 'ਚ 2 ਚੀਜ਼ਾਂ ਵੀ ਕਵਰ ਕਰਾਂਗੇ, ਫੇਸ ਟੂ ਫੇਸ ਇੰਟਰੈਕਸ਼ਨ ਤੇ ਦੂਜੀ ਚੀਜ਼ ਪੈਨਲ ਇੰਟਰਵਿਊ। ਤੇ ਕੱਲੀਆਂ ਸਿਰਫ
ਮੌਕ ਇੰਟਰਵਿਊਜ਼ ਨਹੀਂ, ਉਸ ਤੋਂ ਪਹਿਲਾਂ ਸਾਰਾ ਉਹ ਕੰਟੈਂਟ ਜਿਹੜਾ ਕਿ ਦੱਸਣਾ ਜ਼ਰੂਰੀ ਆ। ਸਬਜੈਕਟ ਸਪੈਸੀਫਿਕ ਪਲੱਸ ਜਨਰਲ ਓਰੀਐਂਟੇਸ਼ਨ ਦੀ ਕਲਾਸ 'ਚ ਜੋ ਵੀ ਇੱਕ ਇੰਟਰਵਿਊ ਨੂੰ ਲੈ ਕੇ ਜੋ ਐਥਿਕਸ ਬਣੇ ਆ, ਡੈਕੋਰਾ ਬਣਿਆ ਹੋਇਆ ਹੈ, ਉਹ ਸਭ ਕੁਝ ਡਿਸਕਸ ਕੀਤਾ ਜਾਊਗਾ। ਸੋ ਮਾਸਟਰ ਕਲਾਸਿਸ ਪਟਿਆਲਾ ਦੀ ਐਪ ਜੇ ਤੁਹਾਡੇ ਕੋਲ ਨਹੀਂ ਹੈ, ਉਸ ਤੋਂ ਪਹਿਲਾਂ ਮੈਂ ਇੱਕ ਜਾਣਕਾਰੀ ਹੋਰ ਦੇ ਦਾਂ। ਇਹੀ ਪ੍ਰੋਗਰਾਮ ਅਸੀਂ FM ਵਾਸਤੇ ਤੇ ਸਕੂਲ ਦੇ ਪ੍ਰਿੰਸੀਪਲਸ ਵਾਸਤੇ ਨਾਲ ਦੀ ਨਾਲ ਲੈ ਕੇ ਆ ਰਹੇ ਹਾਂ, ਠੀਕ ਆ। ਉਹਨਾਂ ਨੇ ਵੀ ਜੇ ਕਿਸੇ ਵੀ ਤਰੀਕੇ ਨਾਲ ਇਹੋ ਜਿਹੇ ਪ੍ਰੋਗਰਾਮ 'ਚ ਲਾਂਚ ਹੋਣਾ ਹੈ ਜਿਹੜਾ ਕਿ ਵੈਟਰਨਰੀ ਆਫੀਸਰਸ ਦੀ ਇੰਟਰਵਿਊ ਤੋਂ ਇਮੀਡੀਏਟਲੀ ਬਾਹਰ ਹੋ ਰਿਹਾ ਹੈ, ਉਹਦੇ ਵਾਸਤੇ ਮੈਂ ਉਹਨਾਂ ਨੂੰ ਕਹਿ ਦਿੰਦਾ ਕਿ ਉਹ ਆਪਣੇ ਆਪ ਨੂੰ ਇਸ ਨੰਬਰ ਤੇ ਇੱਕ ਵਾਰ ਰਜਿਸਟਰਡ ਜ਼ਰੂਰ ਕਰਾ ਲੈਣ, ਬਿਕੋਜ਼ ਉਸ ਤੋਂ ਬਾਅਦ ਉਹਨਾਂ ਦੀ ਇਹਦੇ 'ਚ ਫੇਸ ਟੂ ਫੇਸ ਇੰਟਰੈਕਸ਼ਨ ਹੋਣ ਕਰਕੇ ਨਾ ਸਾਨੂੰ ਉਨੇ ਕੁ ਬੱਚਿਆਂ ਨੂੰ ਹੀ ਅਸੀਂ ਬੁਲਾ ਸਕਦੇ ਹੋਵਾਂਗੇ। ਇਸ ਕਰਕੇ ਇਸ ਨੰਬਰ ਤੇ ਜਿਹੜੇ FMs ਤੇ ਪ੍ਰਿੰਸੀਪਲ ਵਾਲੇ ਆ, ਠੀਕ ਆ, ਪ੍ਰਿੰਸੀਪਲਸ ਵਾਲੇ ਤੇ FM ਵਾਲੇ, ਉਹ ਆਪਣੇ ਆਪ ਨੂੰ ਇਸ ਨੰਬਰ ਤੇ ਪਹਿਲਾਂ ਹੀ ਆਲਰੇਡੀ ਰਜਿਸਟਰਡ ਕਰ ਲੈਣ ਤਾਂ ਕਿ ਪਹਿਲੇ ਸਲੋਟ 'ਚ ਅਸੀਂ ਉਹਨਾਂ ਨੂੰ ਇੰਟਰਵਿਊ ਵਾਸਤੇ ਤਿਆਰ ਕਰ ਸਕੀਏ। PPSC ਦੀ ਸਮੱਸਿਆ ਇਹ ਹੈ ਕਿ ਟਾਈਮ ਹੀ ਨਹੀਂ ਦੇ ਰਹੀ ਇੰਟਰਵਿਊ ਦੀ ਤਿਆਰੀ ਦਾ। ਸੋ ਅਸੀਂ ਇਸ ਪ੍ਰੋਗਰਾਮ ਨੂੰ ਸਪੈਸ਼ਲੀ ਲੈ ਕੇ ਆ ਰਹੇ ਹਾਂ, ਠੀਕ ਆ। ਸੋ ਇਹ ਪ੍ਰੋਗਰਾਮ ਹੋ ਗਿਆ। ਮਾਸਟਰ ਕਲਾਸਿਸ ਪਟਿਆਲਾ ਦੀ ਐਪ ਕਿਵੇਂ ਡਾਊਨਲੋਡ ਕਰਨੀ ਹੈ, ਵੈਸੇ ਤਾਂ ਬਹੁਤ ਹੋਊਗੀ। ਐਂਡਰੋਇਡ ਤੇ ਤੁਸੀਂ ਮਾਸਟਰ ਕਲਾਸਿਸ ਪਟਿਆਲਾ ਸਰਚ ਕਰੋ ਤਾਂ ਐਪ ਆ ਜਾਊਗੀ। ਆਈਫੋਨ ਵਾਲੇ ਮਾਈ ਇੰਸਟੀਟਿਊਟ ਭਰਨਗੇ, ਉਸ ਤੋਂ ਬਾਅਦ ਉਹ ਐਪ ਤਾਂ ਓਪਨ ਹੋ ਜਾਊਗੀ, ਬਟ ਉਹ ਇੱਕ ORG ਆਰਗੇਨਾਈਜੇਸ਼ਨ ਕੋਡ ਮੰਗੂਗੀ ਜਿਹੜਾ ਕਿ ਤੁਹਾਨੂੰ ਭਰਨਾ ਪਊਗਾ MVWO ਤੇ G। ਮਾਸਟਰ ਕਲਾਸਿਸ ਪਟਿਆਲਾ ਦੀ ਐਪ ਤੇ ਜਦੋਂ ਤੁਸੀਂ ਕੋਰਸ ਰਿਫਲੈਕਟ ਹੋਏ ਦੇਖੋਗੇ ਤਾਂ ਤੁਹਾਨੂੰ ਇੱਕ ਗੱਲ ਤਾਂ ਸਮਝ ਆ ਜਾਊਗੀ ਕਿ ਸਾਡਾ ਸਾਰਾ ਕੰਮ ਹੀ PPSC 'ਚ, ਠੀਕ ਆ। ਅਸੀਂ PPSC ਨੂੰ ਲੈ ਕੇ ਕਿਹੜੇ ਕੋਰਸ, ਖਬਰ ਤਾਂ ਸੁਣੀ ਲਈ ਹੋਊਗੀ ਕਿ ਨੈਬ ਤੇ ADTO ਨੂੰ ਲੈ ਕੇ ਸਰਕਾਰ ਜਿਹੜੀ ਆ ਉਹ ਕੀ ਕਰ ਰਹੀ ਆ। ਸੋ ਜੇ ਨੈਬ ਤਹਿਸੀਲਦਾਰ ਜਿਹੜੇ ਕਿ ਹੁਣ ਤਕਰੀਬਨ ਸਰਕਾਰ ਤੇ ਪ੍ਰੈਸ਼ਰ ਪਾਉਣ ਤੋਂ ਬਾਅਦ ਸਰਕਾਰ ਵੀ ਉਹਦੇ ਤੇ ਐਕਸ਼ਨ ਲੈ ਰਹੀ ਆ, ਤੇ ਤੁਹਾਨੂੰ ਵੀ ਪਤਾ ਹੈ ਕਿ ਸਰਕਾਰ ਮਜਬੂਰ ਆ ਹੁਣ ਕਿ ਇਸ ਪੇਪਰ ਨੂੰ ਦੁਬਾਰਾ ਕੰਡਕਟ ਕੀਤਾ ਜਾਵੇ। ਅਸਿਸਟੈਂਟ DTO ਟੈਕਸ ਇਨਫੋਰਸਮੈਂਟ ਆਫੀਸਰ, ਇਸ ਲੈਵਲ ਦੇ ਪੇਪਰ ਦੀ ਤਿਆਰੀ ਕਰਨ ਵਾਸਤੇ ਸਾਡੇ ਕੋਲ ਆ ਕੋਰਸ ਆ। ਤੇ ਜੇ ਸੀਨੀਅਰ ਅਸਿਸਟੈਂਟ ਦੀ ਤਿਆਰੀ ਕਰਨੀ ਆ ਤਾਂ ਉਹਦੇ ਵਾਸਤੇ ਸਾਡੇ ਕੋਲ ਕੋਰਸ ਆ। PCS ਦੀ ਤਿਆਰੀ ਕਰਨੀ ਆ ਤੇ ਜਿਹੜੇ ਪ੍ਰਮੋਸ਼ਨ ਦੇ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਲੱਗਦਾ ਹੈ ਕਿ ਬਈ ਅਸੀਂ ਮਤਲਬ ਕਿ ਹੁਣੇ ਤਿਆਰੀ ਕਰ ਲਈਏ, ਬਾਅਦ 'ਚ ਨੋਟੀਫਿਕੇਸ਼ਨ ਤੋਂ ਬਾਅਦ ਤਿਆਰੀ ਬਹੁਤ ਔਖੀ ਹੋ ਜਾਂਦੀ ਆ, ਉਹਨਾਂ ਦਾ ਕੋਰਸ ਆ। ਇਹਦੇ ਵਾਸਤੇ ਤੁਸੀਂ ਸਾਡੇ 7708 00072 ਜਾਂ ਜੇ ਤੁਹਾਡੇ ਚੋਂ ਕੋਈ ਪ੍ਰਦੀਪ ਜੀ ਨੂੰ ਜਾਣਦਾ ਹੈ ਤਾਂ 99146, ਬਿਕੋਜ਼ ਕਾਫੀ ਐਕਸਪਰਟ ਨੇ ਉਹ ਵੀ, 85650, ਇਸ ਨੰਬਰ ਤੇ ਤੁਸੀਂ ਕਾਲ ਕਰੋ, ਠੀਕ ਆ। ਤੇ ਪ੍ਰਦੀਪ ਜੀ ਨਾਲ ਜਾਂ ਤੁਸੀਂ ਸਾਡੇ 77078 ਵਾਲੇ ਨੰਬਰ ਤੇ ਕਾਲ ਕਰ ਲਓ। ਤੁਸੀਂ ਕਿਸੇ ਵੀ ਨੰਬਰ ਤੇ ਕਾਲ ਕਰਕੇ ਜਾਂ 8054400797, ਠੀਕ ਆ। ਇਹ ਨੰਬਰ ਪ੍ਰਦੀਪ ਜੀ ਕੋਲ ਹੁੰਦਾ ਹੈ, ਇਹ ਨੰਬਰ ਸਿਮਰਨ ਜੀ ਕੋਲ ਹੁੰਦਾ। ਤੁਸੀਂ ਕਿਸੇ ਨਾਲ ਵੀ ਕਾਲ ਤੇ ਗੱਲ ਕਰਕੇ ਮੇਰੇ ਨਾਲ ਗੱਲ ਦਾ ਵੀ ਟਾਈਮ ਲੈ ਸਕਦੇ ਹੋ ਤੇ ਉਹਨਾਂ ਨਾਲ ਕਿਸੇ ਵੀ ਕੋਰਸ ਦੀ ਗੱਲ ਵੀ ਕਰ ਸਕਦੇ ਹੋ। ਮੇਨ ਇਹ ਵੀਡੀਓ ਜਿਹੜੀ ਸੀ ਉਹ ਵੈਟਰਨਰੀ ਆਫੀਸਰਸ ਦੇ ਇੰਟਰਵਿਊ ਗਾਈਡੈਂਸ ਪ੍ਰੋਗਰਾਮ ਨਾਲ ਰਿਲੇਟਡ ਸੀ। ਸੋ ਇਹਨੂੰ ਹੋ ਸਕੇ ਤਾਂ ਜਿਹੜੇ ਵੀ ਐਸਪੀਰੈਂਟਸ ਇਹ ਇੰਟਰਵਿਊ ਦੇਣਾ ਚਾਹੁੰਦੇ ਆ ਉਹਨਾਂ ਤੱਕ ਇਹ ਮੈਸੇਜ ਜ਼ਰੂਰ ਕਨਵੇ ਕਰ ਦਿਓ, ਤਾਂ ਜੋ ਜੇ ਉਹ ਕਿਸੇ ਵੀ ਤਰੀਕੇ ਦੀ ਮਤਲਬ ਕਿ ਉਹਨਾਂ ਨੂੰ ਹੈਲਪ ਦੀ ਲੋੜ ਆ ਜਾਂ ਗਾਈਡੈਂਸ ਦੀ ਲੋੜ ਆ, ਅਸੀਂ ਆਪਣੇ ਵੱਲੋਂ ਜੋ ਕਰ ਸਕਦੇ ਹਾਂ ਉਹ ਕਰਾਂਗੇ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ, ਧੰਨਵਾਦ।